ਹੈਲੋ ਡੀਅਰ ਸਟੂਡੈਂਟਸ, ਆਨਲਾਈਨ ਸਟੱਡੀ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਅੱਜ ਆਪਾਂ ਪੰਜਾਬੀ ਸਾਹਿਤ ਰੂਪ ਦੇ ਦੂਜਾ ਜਿਹੜਾ ਬਿੰਦੂ ਹੈ ਜੀ ਟੌਪਿਕ ਆਪਣਾ ਗੀਤ। ਪਹਿਲੀ ਵੀਡੀਓ 'ਚ ਆਪਾਂ ਪਹਿਲਾ ਬਿੰਦੂ ਕਵਿਤਾ ਕਰ ਲਿਆ ਸੀ। ਅੱਜ ਆਪਾਂ ਕਰਾਂਗੇ ਗੀਤ। ਪ੍ਰਸ਼ਨ ਹੈ ਜੀ, ਗੀਤ ਦੀ ਪਰਿਭਾਸ਼ਾ ਅਤੇ ਤੱਤਾਂ ਬਾਰੇ ਸੰਖੇਪ ਵਿੱਚ ਆਪਾਂ ਚਰਚਾ ਕਰਨੀ ਹੈ। ਆਪਣਾ ਵਿਸ਼ਾ ਹੈ ਗੀਤ। ਇਹ ਪੰਜਾਬੀ ਸਾਹਿਤ ਦਾ ਇੱਕ ਭਾਗ ਹੈ। ਕਵਿਤਾ, ਗੀਤ, ਇਕਾਂਗੀ, ਨਾਵਲ, ਨਾਟਕ, ਨਿੱਕੀ ਕਹਾਣੀ, ਰੂਪ ਰੇਖਾ। ਸ਼ੁਰੂ ਕਰਦੇ ਹਾਂ ਗੀਤ। ਸਾਰਿਆਂ ਨਾਲੋਂ ਪਹਿਲਾਂ ਪਰਿਭਾਸ਼ਾ ਦੇਖਾਂਗੇ। ਗੀਤ ਦੀ ਪਰੰਪਰਾ ਬਹੁਤ ਪੁਰਾਣੀ ਹੈ। ਮਨੁੱਖ ਜਦੋਂ ਜਨਮ ਲੈਂਦਾ ਹੈ, ਉਸ ਤੋਂ ਕੁਝ ਸਾਲ ਬਾਅਦ ਹੀ ਆਪਣੇ ਮਨ ਅੰਦਰ ਕੁਝ ਨਾ ਕੁਝ ਉਚਾਰਨਾ ਸ਼ੁਰੂ ਕਰ ਦਿੰਦਾ ਹੈ। ਫਿਰ ਜਦੋਂ ਉਹ ਵੱਡਾ ਹੋ ਜਾਂਦਾ ਹੈ ਤਾਂ ਆਪਣੇ ਮਨ ਦੇ ਭਾਵਾਂ ਨੂੰ ਕਿਸੇ ਸੰਗੀਤ ਮਾਧਿਅਮ ਰਾਹੀਂ ਉਜਾਗਰ ਕਰਨ ਲੱਗ ਪੈਂਦਾ ਹੈ। ਇਸ ਤਰ੍ਹਾਂ ਗੀਤ ਮਨੁੱਖ ਮਨ ਦੇ ਭਾਵਾਂ ਨੂੰ ਅਤੇ ਜਜ਼ਬਿਆਂ ਨੂੰ ਪ੍ਰਗਟਾਉਣ ਦਾ ਮਹੱਤਵਪੂਰਨ ਰੂਪ ਹੈ। ਇਹ ਸੀ ਆਪਣਾ ਪਹਿਲਾ ਪੈਰਾ, ਜਿਹਦੇ ਵਿੱਚ ਕੀ ਦੱਸਿਆ ਕਿ ਜਿਹੜਾ ਆਪਣਾ ਗੀਤ ਹੈ ਇਹ ਅੱਜ ਦੀ ਪਰੰਪਰਾ ਨਹੀਂ ਹੈ। ਇਹ ਬਹੁਤ ਹੀ ਪੁਰਾਣੇ ਸਮੇਂ ਤੋਂ ਪਰੰਪਰਾ ਹੁੰਦੀ ਜਿਹੜੀ ਆ, ਉਸ ਸਮੇਂ ਦੀਆਂ ਜੋ ਰੀਤੀ ਰਿਵਾਜ ਜੋ ਚੱਲ ਰਿਹਾ ਸਾਹਿਤ, ਕੋਈ ਵੀ ਵਿਸ਼ੇ 'ਤੇ ਲੈ ਲਓ ਤੁਸੀਂ, ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ ਅਤੇ ਅੱਜ ਵੀ ਉਸੇ ਤਰ੍ਹਾਂ ਜਾਰੀ ਹੈ, ਉਸੇ ਤਰਤੀਬ ਦੇ ਵਿੱਚ। ਤਾਂ ਉਹ ਆਪਣੀਆਂ ਪਰੰਪਰਾਵਾਂ ਹਨ। ਪਰੰਪਰਾ ਦੇ ਇੱਕ ਰੂਪ ਵਿੱਚ ਪੁਰਾਣੇ ਗੀਤ ਪੁਰਾਣੇ ਸਮੇਂ 'ਚ ਸ਼ੁਰੂ ਹੋਇਆ ਸੀ। ਜਿਹੜੇ ਗੀਤ ਕਵਿਤਾ ਇਹ ਪੁਰਾਣੇ ਸਮੇਂ ਦੇ ਤੋਂ ਚੱਲਦੇ ਆ ਰਹੇ ਹੈ। ਇਹ ਕਦੋਂ? ਜਦੋਂ ਮਨੁੱਖ ਜਨਮ ਲੈ ਲੈਂਦਾ ਤਾਂ ਆਪਾਂ ਦੇਖਦੇ ਹਾਂ ਵੀ ਛੋਟਾ ਬੱਚਾ ਉਹ ਗੁਣਗੁਣਾਉਂਦਾ ਹੈ, ਕੁਛ ਨਾ ਕੁਛ ਬੋਲਦਾ, ਉਹ ਜਿਵੇਂ ਉਹਦੇ ਮੂੰਹ 'ਚ ਆਉਂਦਾ ਉਹ ਉਚਾਰਨ ਕਰਦਾ। ਤਾਂ ਜਨਮ ਲੈਣ ਤੋਂ ਕੁਝ ਸਾਲ ਬਾਅਦ ਹੀ ਮਨੁੱਖ ਆਪਣੇ ਮਨ ਅੰਦਰ ਕੁਝ ਨਾ ਕੁਝ ਉਚਾਰਨ ਸ਼ੁਰੂ ਕਰ ਦਿੰਦਾ ਹੈ। ਉਹ ਕਿਸੇ ਤਰ੍ਹਾਂ ਦਾ ਵੀ ਹੋਵੇ, ਜਿਸ ਤਰ੍ਹਾਂ ਉਹਨੂੰ ਚੰਗਾ ਲੱਗਦਾ ਹੈ ਉਹ ਉਸ ਤਰ੍ਹਾਂ ਦਾ ਉਚਾਰਨ ਕਰਦਾ ਹੈ। ਅਤੇ ਜਿਵੇਂ ਉਹਨੂੰ ਪੂਰੀ ਸਮਝ ਆ ਜਾਂਦੀ ਹੈ, ਵੱਡਾ ਹੋ ਕੇ ਜਦੋਂ ਉਹਨੂੰ ਸਮਝ ਆਉਂਦੀ ਹੈ ਤਾਂ ਉਹ ਆਪਣੇ ਜਿਹੜੇ ਮਨ ਦੇ ਭਾਵ ਹੈ, ਹੁਣ ਗੀਤ ਰਾਹੀਂ ਕਵੀ ਕੀ ਕਰਦਾ ਵੀ ਜਿਹੜੇ ਉਹਦੇ ਮਨ ਦਾ ਵਿਸ਼ਾ ਹੈ, ਆਪਣੇ ਮਨ ਦੇ ਭਾਵ ਹੈ, ਉਹਨੂੰ ਪ੍ਰਗਟ ਕਰਦਾ ਹੈ। ਹੁਣ ਗੀਤ ਦਾ ਪ੍ਰਗਟ ਕਰਨ ਦਾ ਮਾਧਿਅਮ ਕੀ ਬਣ ਗਿਆ? ਸੰਗੀਤ ਰਾਹੀਂ ਉਹਨੂੰ ਉਜਾਗਰ ਕਰਨ ਲੱਗ ਪੈਂਦਾ ਹੈ। ਇਸ ਤਰ੍ਹਾਂ ਗੀਤ ਮਨੁੱਖ ਮਨ ਦੇ ਭਾਵਾਂ ਦਾ, ਜਜ਼ਬੇ ਨੂੰ ਪ੍ਰਗਟਾਉਣ ਦਾ ਇੱਕ ਮਹੱਤਵਪੂਰਨ ਰੂਪ ਹੈ। ਵੀ ਮਨੁੱਖ ਇੱਕ ਇਹੋ ਜਿਹਾ ਰੂਪ ਹੈ ਵੀ ਮਨੁੱਖ ਦੇ ਮਨ ਦੇ ਵਿੱਚ ਕੋਈ ਜਜ਼ਬਾ ਹੈ, ਕੋਈ ਉਹਦਾ ਭਾਵ ਹੈ, ਕਿਸੇ ਵੀ ਤਰ੍ਹਾਂ ਦਾ, ਧਾਰਮਿਕ ਹੈ, ਸੰਸਾਰਿਕ ਹੈ, ਜਾਂ ਉਹਦੇ ਜਜ਼ਬਾ ਹੈ ਕਿਸੇ ਵੀ ਗੱਲ ਦਾ, ਤਾਂ ਉਹ ਜੇ ਉਹਨੂੰ ਪ੍ਰਗਟ ਕਰਨਾ ਚਾਹੁੰਦਾ ਹੈ ਤਾਂ ਉਹਦਾ ਉਹਨੂੰ ਮਾਧਿਅਮ ਮਿਲਿਆ, ਇੱਕ ਰਸਤਾ ਮਿਲਿਆ ਹੈ, ਜਿਹਦੇ ਵਿੱਚੋਂ ਉਹ ਜਿਸ ਰਾਹੀਂ ਆਪਣੀ ਗੱਲ ਹੈ ਉਹ ਸਮਾਜ ਦੇ ਵਿੱਚ ਰੱਖ ਲੈਂਦਾ ਹੈ। ਗੀਤ ਦਾ ਸਿੱਧਾ ਸੰਬੰਧ ਸੰਗੀਤ ਨਾਲ ਜੁੜਦਾ ਹੈ। ਵੀ ਜਿਹੜਾ ਗੀਤ ਹੈ ਇਹਦਾ ਡਾਇਰੈਕਟ ਸੰਬੰਧ ਕਿਹਦੇ ਨਾਲ ਜੁੜਦਾ ਹੈ? ਸੰਗੀਤ ਨਾਲ ਜੁੜਦਾ ਹੈ। ਜਿਸ ਕਵਿਤਾ ਵਿੱਚ ਸੰਗੀਤ ਪ੍ਰਧਾਨ ਹੋਵੇ, ਵੀ ਜਿਹੜੀ ਵੀ ਕਵਿਤਾ ਹੈ ਜਿਹਦੇ ਵਿੱਚ ਸੰਗੀਤ ਪ੍ਰਧਾਨ ਹੋਵੇ, ਜਿਹੜੀ ਉਹਦੀ ਲੈਅ ਹੈ, ਉਹਦੀ ਤਰਜ਼ ਹੈ ਕਵਿਤਾ ਨੂੰ ਬੋਲਣ ਦਾ, ਉਹਨੂੰ ਉਚਾਰਨ ਕਰਨ ਦੀ ਸੰਗੀਤਮਈ ਹੋਵੇ, ਉਸ ਨੂੰ ਵੀ ਗੀਤ ਦਾ ਹੀ ਨਾਂ ਦਿੱਤਾ ਜਾਂਦਾ ਹੈ। ਲਿਖੀ ਗਈ ਹੈ ਕਵਿਤਾ, ਪਰ ਕਈ ਕਵਿਤਾ ਇਸ ਤਰ੍ਹਾਂ ਦੀਆਂ ਹੁੰਦੀਆਂ ਆਪਾਂ ਜਿਨ੍ਹਾਂ ਨੂੰ ਪੜ੍ਹਦੇ ਹਾਂ ਤਾਂ ਇੱਕ ਤਰਤੀਬ ਦੇ ਵਿੱਚ ਲਿਖੀਆਂ ਜਾਂਦੀਆਂ, ਇੱਕ ਲੈਅ ਦੇ ਵਿੱਚ ਲਿਖੀਆਂ ਜਾਂਦੀਆਂ ਕਿ ਜਿਹਨੂੰ ਆਪਾਂ ਇੱਕ ਗੀਤ ਦੀ ਤਰ੍ਹਾਂ ਗਾ ਵੀ ਸਕਦੇ ਹਾਂ ਅਤੇ ਬੋਲ ਵੀ ਸਕਦੇ ਹਾਂ ਜੀ। ਤਾਂ ਉਸ ਨੂੰ ਵੀ ਆਪਾਂ ਗੀਤ ਦਾ ਹੀ ਨਾਂ ਦਿੰਦੇ ਹਾਂ। ਭਾਵੇਂ ਰਾਗਬੱਧ ਕਵਿਤਾ ਲਿਖਣ ਦੀ ਪਰੰਪਰਾ ਬਹੁਤ ਪੁਰਾਣੀ ਹੈ। ਰਾਗਾਂ ਦੇ ਵਿੱਚ ਜਿਹੜੀ ਕਵਿਤਾਵਾਂ ਲਿਖੀਆਂ ਜਾਂਦੀਆਂ ਉਹਨੂੰ ਰਾਗ ਨਾਲ ਉਚਾਰ ਕੇ ਬੋਲੀ ਜਾਂਦੀ ਹੈ। ਪਰ ਆਧੁਨਿਕ ਕਾਵਿ ਵਿੱਚ ਜਿਸ ਰਚਨਾ ਨੂੰ ਗੀਤ ਦਾ ਨਾਂ ਦਿੱਤਾ ਜਾਂਦਾ ਹੈ ਉਹ ਅਸਲ ਦੇ ਵਿੱਚ ਅੰਗਰੇਜ਼ੀ ਦੇ ਲਿਰਿਕ ਸ਼ਬਦ ਦਾ ਪ੍ਰਤੀਰੂਪ ਹੈ।
ਅੰਗਰੇਜ਼ੀ 'ਚ ਕੀ ਕਿਹਾ ਗਿਆ? ਲਿਰਿਕ। ਉਹਦਾ ਪ੍ਰਤੀਰੂਪ, ਉਹਦਾ ਮਿਲਦਾ ਜੁਲਦਾ ਹੈ ਰੂਪ ਹੈ, ਜਿਸ ਨੂੰ ਸਰੌਂਦੀ ਕਵਿਤਾ ਵੀ ਕਿਹਾ ਜਾਂਦਾ ਹੈ। ਦੂਜਾ ਨਾਂ ਉਹਦਾ ਕੀ ਹੈ? ਸਰੌਂਦੀ ਕਵਿਤਾ। ਸਰੌਂਦੀ ਕਵਿਤਾ ਵੀ ਕਿਹਾ ਜਾਂਦਾ ਹੈ। ਲਿਰਿਕ ਨੂੰ ਅੰਗਰੇਜ਼ੀ ਦਾ ਸ਼ਬਦ ਰੂਪ ਹੈ, ਉਹਦਾ ਜਿਹੜਾ ਪ੍ਰਤੀਰੂਪ ਹੈ, ਅਤੇ ਜਿਸ ਨੂੰ ਸਰੌਂਦੀ ਕਵਿਤਾ ਦਾ ਵੀ ਰੂਪ ਕਿਹਾ ਜਾਂਦਾ ਹੈ। ਇਹ ਸੀ ਗੀਤ ਦਾ ਅਰਥ। ਹੁਣ ਵੇਖਾਂਗੇ ਆਪਾਂ ਗੀਤ ਦੀ ਪਰਿਭਾਸ਼ਾ। ਅੰਗਰੇਜ਼ੀ ਦੇ ਇੱਕ ਵਿਦਵਾਨ ਅਨੁਸਾਰ ਅਸਲ ਵਿੱਚ ਗੀਤ ਉਹ ਹਨ ਜਿਸ ਵਿੱਚ ਭਾਵਾਂ ਅਤੇ ਵਿਚਾਰਾਂ ਦਾ ਵਿਸਫੋਟ ਹੁੰਦਾ ਹੈ। ਦੇਖੋ, ਅੰਗਰੇਜ਼ੀ ਦਾ ਕੋਈ ਵਿਦਵਾਨ ਹੈ ਤਾਂ ਉਹਨਾਂ ਨੇ ਇੱਕ ਆਪਣਾ ਵਿਚਾਰ ਰੱਖਿਆ, ਮਤ ਰੱਖਿਆ। ਉਹਨਾਂ ਨੇ ਕਿਹਾ ਵੀ ਜਿਹੜਾ ਅਸਲ ਗੀਤ ਆਪਾਂ ਉਹਨੂੰ ਕਹਿ ਸਕਦੇ ਹਾਂ ਜਿਹਦੇ ਵਿੱਚ ਜਿਹੜੇ ਆਪਣੇ ਭਾਵ ਹੁੰਦੇ ਮਨ ਦੇ, ਜਿਨ੍ਹਾਂ ਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ, ਭਾਵ ਉਹ ਹੁੰਦੇ। ਵਿਚਾਰ, ਆਪਣੀ ਜਿਹੜੀ ਸੋਚ ਹੈ ਦਾ ਵਿਸਫੋਟ, ਉਹਨਾਂ ਦੇ ਵਿਸਫੋਟ ਦਾ ਭਾਵ ਉਹ ਦੋਨੇ ਮਿਲ ਕੇ ਸਾਹਮਣੇ ਉਜਾਗਰ ਹੁੰਦੇ ਹੈ, ਇੱਕ ਰੂਪ ਦੇ ਵਿੱਚ ਆਪਣੇ ਵਿਸਫੋਟ ਹੁੰਦਾ ਹੈ, ਤਾਂ ਉਸ ਨੂੰ ਇਹਨਾਂ ਨੇ ਅਸਲ ਗੀਤ ਮੰਨਿਆ ਹੈ। ਰਵਿੰਦਰਨਾਥ ਟੈਗੋਰ ਅਨੁਸਾਰ ਮਨ ਵਿੱਚ ਜਦੋਂ ਇੱਕ ਵਿਸ਼ਵਾਸ ਪੈਦਾ ਹੁੰਦਾ ਹੈ, ਵੀ ਕਿਸੇ ਆਪਣੇ ਮਨ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਹੋ ਗਿਆ, ਤਾਂ ਕਵੀ ਉਸ ਨੂੰ ਪੇਸ਼ ਕੀਤੇ ਬਗੈਰ ਨਹੀਂ ਰਹਿ ਸਕਦਾ। ਵੀ ਆਪਾਂ ਦੇ ਮਨ ਦੇ ਵਿੱਚ ਜੇ ਆਪਾਂ ਨੂੰ ਕਲਮ ਲਿਖਣ ਦਾ, ਕਵਿਤਾਵਾਂ, ਨਾਟਕ, ਇਕਾਂਗੀ, ਇਸ ਤਰ੍ਹਾਂ ਦਾ ਕਿਸੇ ਵੀ ਆਪਾਂ ਨੂੰ ਖੇਤਰ ਦੇ ਵਿੱਚ ਲਿਖਣ ਦਾ ਆਪਾਂ ਨੂੰ ਸ਼ੌਂਕ ਹੈ, ਆਪਣੇ 'ਚ ਹੁਨਰ ਹੈ, ਅਤੇ ਆਪਣੇ ਮਨ ਦੇ ਵਿੱਚ ਕੋਈ ਗੱਲ ਆਉਂਦੀ ਹੈ ਅਤੇ ਉਹ ਆਪਾਂ ਨੂੰ ਪਤਾ ਹੈ ਵੀ ਇਹ ਗੱਲ ਸਹੀ ਹੈ, ਅਤੇ ਆਪਾਂ ਪਾਠਕਾਂ ਸਾਹਮਣੇ, ਸਮਾਜ ਦੇ ਵਿੱਚ ਆਪਾਂ ਗੱਲ ਨੂੰ ਰੱਖੀਏ, ਤਾਂ ਜਿਹਦੇ ਨੂੰ ਵਿਸ਼ਵਾਸ ਹੁੰਦਾ ਆਪਣੇ ਆਪ 'ਤੇ, ਉਹ ਉਸ ਗੱਲ ਨੂੰ ਪੇਸ਼ ਕੀਤੇ ਬਿਨਾਂ ਨਹੀਂ ਰਹਿ ਸਕਦਾ। ਮਨੁੱਖੀ ਜੀਵਨ ਦੇ ਦੁੱਖਾਂ ਸੁੱਖਾਂ ਨੂੰ ਗਾ ਕੇ ਮਨੁੱਖ ਹੌਲਾ ਫੁੱਲ ਵਰਗਾ ਹੋ ਗਿਆ ਜਾਪਦਾ ਹੈ। ਵੀ ਦੇਖੋ, ਮਨੁੱਖ ਜੀਵਨ ਦੇ ਵਿੱਚ ਦੁੱਖ ਵੀ ਆਉਂਦੇ ਆ ਅਤੇ ਸੁੱਖ ਵੀ ਆਉਂਦੇ ਆ, ਅਤੇ ਉਹਨਾਂ ਨੂੰ ਗਾ ਕੇ ਜਿਹੜਾ ਮਨੁੱਖ ਹੈ, ਆਪਣਾ ਜਿਹੜਾ ਮਨ ਹੈ, ਉਹਨੂੰ ਹੌਲਾ ਫੁੱਲ ਵਰਗਾ ਹੋ ਗਿਆ ਲੱਗਦਾ ਹੈ। ਵੀ ਆਪਾਂ ਸਮਾਜ ਦੇ ਵਿੱਚ ਵਿਚਰਦੇ ਹੋਏ ਹਰ ਇੱਕ ਤਰ੍ਹਾਂ ਦੇ, ਹਰ ਇੱਕ ਪੱਖ ਦੇ ਆਪਾਂ ਗੀਤ ਕਵਿਤਾਵਾਂ ਪੜ੍ਹਦੇ ਹਾਂ। ਕਈ ਹਾਸਪ੍ਰਦ ਹੁੰਦੀਆਂ ਹਨ, ਕਈ ਜਿਹਦੇ ਵਿੱਚ ਆਪਾਂ ਨੂੰ ਦੁੱਖ ਦਾ ਅਨੁਭਵ ਹੁੰਦਾ ਹੈ, ਕਈ ਖੁਸ਼ੀ ਦੇਣ ਵਾਲੀਆਂ ਹੁੰਦੀਆਂ। ਅੱਡ ਅੱਡ ਜਿਹੜੇ ਪੱਖ ਹੁੰਦੇ ਹਨ ਲਿਖਣ ਦੇ, ਉਹ ਆਪਾਂ ਮਹਿਸੂਸ ਕਰਦੇ ਹਾਂ। ਉਹ ਕਿਸ ਤਰ੍ਹਾਂ ਹੁੰਦਾ ਹੈ ਵੀ ਇਹ ਗੀਤ ਕਵਿਤਾ ਲਿਖ ਕੇ ਕਵੀ ਆਪਣੇ ਮਨ ਦੇ ਜਿਹੜੇ ਭਾਵ ਹੈ, ਜੇ ਉਹ ਖੁਸ਼ ਹੈ, ਪ੍ਰਕਿਰਤੀ ਤੋਂ ਖੁਸ਼ ਹੈ, ਤਾਂ ਉਹ ਉਸਦੇ ਭਾਵ ਆਪਣੇ ਗੀਤ ਰਾਹੀਂ, ਕਵਿਤਾ ਰਾਹੀਂ ਪ੍ਰਗਟ ਕਰਦਾ ਹੈ। ਜਦੋਂ ਆਪਣੇ ਮਨ ਦੇ ਭਾਵ ਉਹ ਪ੍ਰਗਟ ਕਰ ਲੈਂਦਾ ਹੈ, ਤਾਂ ਉਹਦਾ ਜਿਹੜਾ ਉਹਨੂੰ ਮਨੁੱਖ ਨੂੰ ਆਪਣਾ ਮਨ ਕੀ ਲੱਗਦਾ ਹੈ? ਫੁੱਲ ਵਰਗਾ ਹੌਲਾ ਲੱਗਣ ਲੱਗ ਪੈਂਦਾ ਹੈ। ਅਗਲਾ ਬਿੰਦੂ ਹੈ ਜੀ ਸੰਗੀਤਾਤਮਕਤਾ। ਕਵਿਤਾ ਦੇ ਗੀਤ ਰੂਪ ਵਿੱਚ ਸੰਗੀਤ ਅਤੇ ਲੈਅ ਦੀ ਪ੍ਰਧਾਨਤਾ ਹੁੰਦੀ ਹੈ। ਪ੍ਰਧਾਨ ਦਾ ਭਾਵ ਹੈ ਜੀ ਮੁੱਖ। ਜਿਹੜੀ ਕਵਿਤਾ ਦੇ ਗੀਤ ਰੂਪ ਵਿੱਚ, ਜਿਹੜੀ ਕਵਿਤਾ ਹੈ ਜਿਹਨੂੰ ਆਪਾਂ ਗੀਤ ਰੂਪ ਦੇ ਵਿੱਚ ਸੰਗੀਤ ਬਣਾਉਣਾ ਹੈ, ਉਹਨੂੰ ਗਾਉਣਾ ਹੈ, ਉਹਦੀ ਲੈਅ ਦੀ ਕੀ ਹੁੰਦੀ ਹੈ? ਇੱਕ ਪ੍ਰਧਾਨਤਾ ਹੁੰਦੀ ਹੈ। ਲੈਅ ਇੱਕ ਪ੍ਰਮੁੱਖ ਹੁੰਦੀ ਹੈ, ਮੁੱਖ ਵਿਸ਼ਾ ਹੁੰਦੀ ਹੈ। ਸੰਗੀਤਾਤਮਕਤਾ ਗੀਤਕਾਰੀ ਦੀ ਮਹੱਤਵਪੂਰਨ ਲੋੜ ਮੰਨੀ ਗਈ ਹੈ। ਵੀ ਜਿਹੜੀ ਇਹ ਗੀਤਕਾਰੀ ਦੀ ਇਸ ਸਭ ਤੋਂ, ਜਿਹੜਾ ਗੀਤਕਾਰ ਹੋਊਗਾ, ਗੀਤ ਲਿਖਣ ਵਾਲਾ ਹੋਊਗਾ, ਉਹਨੂੰ ਇਹ ਸਭ ਤੋਂ ਜ਼ਰੂਰੀ ਮਹੱਤਵਪੂਰਨ ਭਾਵ ਇਹਦੇ ਬਿਨਾਂ ਜਿਹੜੀ ਗੀਤਕਾਰੀ, ਜਿਹੜਾ ਆਪਣਾ ਗੀਤ ਹੈ, ਉਹ ਸੰਪੂਰਨ ਨਹੀਂ ਮੰਨਿਆ ਜਾ ਸਕਦਾ। ਗੀਤ ਵਿੱਚ ਸ਼ੁਰੂ ਵਿੱਚ ਹੀ ਗਾਇਕੀ ਵੱਲ ਧਿਆਨ ਦਿੱਤਾ ਜਾਂਦਾ ਹੈ। ਵੀ ਜਦੋਂ ਗੀਤਕਾਰ ਹੈ ਤਾਂ ਉਹ ਗਾਉਣ ਵਾਲੇ ਦਾ ਧਿਆਨ ਰੱਖਦੇ ਹੋਏ ਵੀ ਉਹ ਕਿਸ ਤਰ੍ਹਾਂ ਉਹਨੂੰ ਗਾ ਕੇ ਪੇਸ਼ ਕਰੇਗਾ ਜਾਂ ਗਾ ਕੇ ਉਹਨੂੰ ਸ਼ਬਦਾਂ ਨੂੰ ਬਿਆਨ ਕਰੇਗਾ, ਉਸ 'ਤੇ ਪੂਰਾ ਧਿਆਨ ਰੱਖਦਾ ਹੈ। ਕਿਉਂਕਿ ਗੀਤਕਾਰ ਨੇ ਗੀਤ ਨੂੰ ਸਰੋਤਿਆਂ ਦੇ ਸਾਹਮਣੇ ਪੇਸ਼ ਕਰਨਾ ਹੁੰਦਾ ਹੈ। ਵੀ ਜਿਹੜਾ ਗੀਤ ਹੈ ਉਹ ਲਿਖਦਾ ਕਾਸ ਵਾਸਤੇ?
ਸਰੋਤਾ ਹੁੰਦੇ ਆ ਜਿਹੜੇ ਉਹਨਾਂ ਨੂੰ ਸੁਣਨ ਵਾਲਾ, ਜਿਹੜੇ ਦਰਸ਼ਕ, ਉਹ ਉਹਨਾਂ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਤਾਂ ਉਹ ਉਹਨਾਂ ਨੂੰ ਉਹਨਾਂ ਦੇ ਦਿਮਾਗ ਦੇ ਵਿੱਚ ਉਹ ਗੱਲ ਰੱਖ ਕੇ ਵੀ ਇਹ ਸਰੋਤਿਆਂ ਦੇ ਸਾਹਮਣੇ ਆਪਾਂ ਪੇਸ਼ ਕਰਨੀ ਹੈ, ਇਹਦਾ ਆਪਾਂ ਇਸ ਗੱਲ ਦਾ ਪ੍ਰਭਾਵ ਪਾਉਣਾ ਹੈ, ਤਾਂ ਉਹ ਉਸ ਦੇ ਹਿਸਾਬ ਨਾਲ ਉਹਨੂੰ ਲਿਖਦਾ ਹੈ। ਇਸ ਲਈ ਗੀਤ ਵਿੱਚ ਸੰਗੀਤ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੰਗੀਤ ਦੀ ਪ੍ਰਧਾਨਤਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਨਿੱਜੀ ਅਭਿਵਿਅਕਤੀ, ਦੂਜਾ ਬਿੰਦੂ ਹੈ ਨਿੱਜੀ ਅਭਿਵਿਅਕਤੀ। ਗੀਤ ਵਿੱਚ ਕਵੀ ਦਾ ਨਿੱਜੀ ਭਾਵ ਉੱਭਰ ਕੇ ਸਾਹਮਣੇ ਆਉਂਦਾ। ਨਿੱਜੀ ਭਾਵ ਪਰਸਨਲ, ਜਿਹਨੂੰ ਆਪਾਂ ਇੰਗਲਿਸ਼ 'ਚ ਕਹਿ ਦਿੰਦੇ ਹਾਂ ਨਿੱਜੀ, ਤਾਂ ਉਹ ਆਪਣੇ ਆਲੇ ਦੁਆਲੇ ਜਾਂ ਆਪਣੇ ਸਮਾਜ ਵਿੱਚ ਵਿਚਰਦੇ ਹੋਏ ਜਿਸ ਤਰ੍ਹਾਂ ਉਹਨੂੰ ਮਹਿਸੂਸ ਹੁੰਦਾ ਹੈ, ਉਹ ਦੇਖਦਾ ਹੈ, ਉਸ ਤਰ੍ਹਾਂ ਉਹ ਗੀਤ ਦੀ ਕੀ ਕਰਦਾ, ਸਿਰਜਣਾ ਕਰਦਾ। ਜਦੋਂ ਆਪਾਂ ਉਹਦੇ ਸ਼ਬਦ ਸੁਣਦੇ ਹਾਂ ਤਾਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਇਹਦੇ ਵਿੱਚ ਨਿੱਜੀ ਭਾਵ ਉੱਭਰ ਕੇ ਸਾਹਮਣੇ ਆ ਰਹੇ ਹਨ। ਇਸ ਲਈ ਇਹ ਇੱਕ ਪ੍ਰਕਾਰ ਦਾ ਅੰਤਰਮੁਖੀ ਰਚਨਾ ਹੈ ਵੀ ਜਿਹੜੀ ਗੀਤ ਹੈ ਇਹ ਇੱਕ ਨਿੱਜੀ ਭਾਵ ਦੇ ਰੂਪ ਆਪਣੇ ਸਾਹਮਣੇ ਪੇਸ਼ ਹੁੰਦੇ ਹੈ, ਅਤੇ ਇਸ ਲਈ ਆਪਾਂ ਗੀਤ ਨੂੰ ਆਪਾਂ ਅੰਤਰਮੁਖੀ ਰਚਨਾ ਵੀ ਕਹਿ ਸਕਦੇ ਹਾਂ। ਜਿਵੇਂ ਇੱਕ ਵਿਚਾਰ ਦਿੱਤਾ ਹੈ ਟੀ ਐਸ ਇਲੀਅਟ ਅਨੁਸਾਰ ਗੀਤ ਵਿੱਚ ਪਹਿਲੀ ਆਵਾਜ਼ ਕਵੀ ਦੀ ਆਪਣੇ ਆਪ ਨਾਲ ਗੱਲਬਾਤ ਕਰਨ ਦੀ ਆਵਾਜ਼ ਹੁੰਦੀ ਹੈ। ਟੀ ਐਸ ਇਲੀਅਟ ਅਨੁਸਾਰ ਕੀ ਹੈ ਵੀ ਜਿਹੜਾ ਗੀਤ ਵਿੱਚੋਂ ਪਹਿਲੀ ਆਵਾਜ਼ ਆਊਗੀ, ਪਹਿਲੀ ਆਵਾਜ਼ ਹੈ ਜਿਹੜੀ ਉਹ ਕਵੀ ਦੀ ਆਪਣੇ ਆਪ ਨਾਲ, ਉਹਦੇ ਆਪਣੇ ਆਪ ਦੇ ਨਾਲ ਉਹ ਕੀ ਕਰਦਾ, ਗੱਲ ਕਰਨ ਦੀ ਆਵਾਜ਼ ਹੁੰਦੀ ਹੈ। ਅਗਲਾ ਬਿੰਦੂ ਹੈ ਜੀ ਸੰਖੇਪਤਾ। ਗੀਤ ਬਹੁਤ ਲੰਮਾ ਨਹੀਂ ਹੁੰਦਾ। ਹੁਣ ਆਪਾਂ ਦੇਖਦੇ ਹਾਂ ਗੀਤ ਦਾ ਇੱਕ ਸਮਾਂ ਨਿਰਧਾਰਿਤ ਕੀਤਾ ਗਿਆ ਹੈ, ਤਾਂ ਉਸੇ ਸਮੇਂ ਦੇ ਵਿੱਚ ਹੀ ਉਹ ਗੀਤ ਦੀਆਂ ਸਾਰੀਆਂ ਜਿਹੜੇ ਭਾਵ, ਜਿਹੜੇ ਉਹਦੇ ਉਦੇਸ਼ ਆ ਪੇਸ਼ ਕਰ ਦਿੰਦਾ। ਗੀਤ ਬਹੁਤ ਲੰਮਾ ਨਹੀਂ ਹੁੰਦਾ ਕਿਉਂਕਿ ਗੱਲ ਨੂੰ ਸੰਕੇਤਾਂ ਰਾਹੀਂ, ਹੁਣ ਆਪਾਂ ਦੇਖਦੇ ਹਾਂ ਵੀ ਜਿਹੜਾ ਗੀਤਕਾਰ ਹੈ ਉਹਨੂੰ ਬਹੁਤੀਆਂ ਭਾਸ਼ਾ ਦਾ ਗਿਆਨ ਹੁੰਦਾ। ਇੱਕ ਗੀਤ ਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਉਹ ਉਸ ਗੱਲ ਨੂੰ ਵਿਸਥਾਰ ਦੀ ਥਾਂ 'ਤੇ ਇੱਕ ਸ਼ਬਦ, ਜਿਵੇਂ ਆਪਾਂ ਪੰਜਾਬੀ ਦੇ ਵਿੱਚ ਬਹੁਤੇ ਸ਼ਬਦਾਂ ਥਾਂ 'ਤੇ ਇੱਕ ਸ਼ਬਦ ਵਰਤਦੇ ਹਾਂ, ਉਹਨੂੰ ਸੰਕੇਤ ਦੇ ਵਿੱਚ ਘੱਟ ਸ਼ਬਦਾਂ ਦੇ ਵਿੱਚ ਵਰਤਦਾ। ਗੱਲ ਉਹ ਸਾਰੀ ਕਹਿ ਦਿੰਦਾ ਪਰ ਉਹ ਅਰਥਾਂ ਦੇ ਸ਼ਬਦਾਂ ਦੇ ਵਿੱਚ ਕਹਿੰਦਾ, ਵਾਕਾਂ ਦੇ ਵਿੱਚ ਨਹੀਂ ਕਹਿੰਦਾ। ਤਾਂ ਕਰਕੇ ਉਹ ਸੰਕੇਤ ਦਿੰਦਾ ਅਤੇ ਘੱਟ ਸ਼ਬਦਾਂ ਵਿੱਚ ਪ੍ਰਗਟਾਇਆ ਜਾ ਸਕਦਾ ਹੈ। ਗੀਤ ਬਹੁਤਾ ਲੰਮਾ ਨਹੀਂ ਹੁੰਦਾ ਕਿਉਂਕਿ ਗੱਲ ਨੂੰ ਸੰਕੇਤਾਂ ਰਾਹੀਂ ਘੱਟ ਸ਼ਬਦਾਂ ਵਿੱਚ ਪ੍ਰਗਟਾਇਆ ਜਾ ਸਕਦਾ ਹੈ। ਇਸ ਵਿੱਚ ਬਿਰਤਾਂਤ ਜਾਂ ਉਪਦੇਸ਼ ਲਈ ਕੋਈ ਥਾਂ ਨਹੀਂ ਹੁੰਦੀ, ਵੀ ਇਹਦੇ ਵਿੱਚ ਬਿਰਤਾਂਤ ਵੀ ਨਹੀਂ ਹੁੰਦਾ ਅਤੇ ਨਾ ਹੀ ਉਪਦੇਸ਼ ਵੀ, ਵਰਣਨ ਨਹੀਂ ਕੀਤਾ ਜਾਂਦਾ, ਐਕਸਪਲੇਨ ਕਰਕੇ ਨਹੀਂ ਦੱਸ ਸਕਦਾ ਉਹਨੇ ਗੱਲ ਦਾ ਇੱਕ ਹਿੰਟ ਦੇਣਾ ਹੈ, ਇੱਕ ਆਪਾਂ ਨੂੰ ਸੰਕੇਤ ਦੇਣਾ ਹੈ, ਅਤੇ ਉਸ ਗੱਲ ਨੂੰ ਉਹਨੇ ਇੱਕ ਸ਼ਬਦ ਰਾਹੀਂ ਪੇਸ਼ ਕਰਨਾ ਹੈ, ਨਾ ਕਿ ਉਹਨੂੰ ਐਕਸਪਲੇਨ ਕਰਕੇ ਆਪਾਂ ਨੂੰ ਦੱਸਣਾ ਹੈ। ਤਾਂ ਇਹ ਸੀ ਆਪਣਾ ਤੀਜਾ ਬਿੰਦੂ ਸੰਖੇਪਤਾ। ਸਹਿਜ ਸੁਭਾਵਿਕ ਪ੍ਰਗਟਾ। ਹੁਣ ਗੀਤ ਦਾ ਆਰੰਭ ਬਿਨਾਂ ਕਿਸੇ ਭੂਮਿਕਾ ਦੇ ਸਹਿਜ ਸੁਭਾਅ ਕੁਰਬਲ, ਹੁਣ ਆਪਾਂ ਕੁਰਬਲ ਕੇ ਫੁੱਟਣ ਲੱਗਦਾ ਹੈ ਵੀ ਜਦੋਂ ਆਪਾਂ ਦੇਖਦੇ ਹਾਂ ਗੀਤ ਆਰੰਭ ਹੁੰਦਾ, ਗੀਤ ਲਿਖਣਾ ਸ਼ੁਰੂ ਹੁੰਦਾ ਤਾਂ ਉਹਦੀ ਭੂਮਿਕਾ ਇੱਕ ਸਹਿਜ ਸੁਭਾਅ ਹੁੰਦੀ ਹੈ। ਕੁਰੰਬਲ ਕੇ ਫੁੱਟਣ ਵਾਂਗ, ਜੇ ਕੁਰੰਬਲ ਹੁੰਦੀ ਹੈ, ਆਪਾਂ ਬੀਜ ਲਾਉਣੇ ਆ ਤਾਂ ਉਹ ਧਰਤੀ 'ਚ ਫੁੱਟ ਕੇ ਜਦੋਂ ਨਿਕਲਦਾ ਕੁਰੰਬਲ ਵਾਂਗ, ਉਹ ਫੁੱਟ ਕੇ ਉਸੇ ਤਰ੍ਹਾਂ ਆਪਣੇ ਸਾਹਮਣੇ ਆਉਂਦਾ ਹੈ ਅਤੇ ਅੰਤ 'ਤੇ ਆਪਣਾ ਪ੍ਰਭਾਵ ਛੱਡ ਜਾਂਦਾ ਹੈ। ਅਤੇ ਜਿਵੇਂ ਜਿਵੇਂ ਆਪਾਂ ਉਹਨੂੰ ਸੁਣਦੇ ਹਾਂ ਤਾਂ ਉਸ ਦੀ ਤਾਂ ਚੰਗਾ ਹੈ ਤਾਂ ਚੰਗਾ ਅਸਰ ਪਏਗਾ, ਮਾੜਾ ਹੈ ਤਾਂ ਮਾੜਾ ਅਸਰ ਪਏਗਾ। ਸਹਿਜ ਸੁਭਾਵਿਕ ਪ੍ਰਗਟਾ ਗੀਤ ਦਾ ਮਹੱਤਵਪੂਰਨ ਤੱਤ ਹੈ। ਇਸ ਤੋਂ ਬਿਨਾਂ ਗੀਤ ਆਪਣਾ ਪ੍ਰਭਾਵ ਨਹੀਂ ਵਧਾ ਸਕਦਾ। ਵੀ ਜਿਹੜਾ ਗੀਤ ਹੈ ਉਹਦਾ ਅੰਤ 'ਤੇ ਆਪਣਾ ਪ੍ਰਭਾਵ ਛੱਡ ਜਾਂਦਾ ਅਤੇ ਉਹਦਾ ਜਿਹੜਾ ਸੁਭਾਅ ਹੈ ਉਹ ਸਹਿਜ ਸੁਭਾਵ ਪ੍ਰਗਟਾ, ਗੀਤ ਦੇ ਵਿੱਚ ਸਹਿਜ ਸੁਭਾਅ ਦਾ ਪ੍ਰਗਟਾਅ ਕਰਨਾ ਇੱਕ ਮਹੱਤਵਪੂਰਨ ਤੱਤ ਹੈ। ਹੋਰ ਇਹਦੇ ਵਿੱਚ ਉਹਦਾ ਕੋਈ ਆਪਣਾ ਪ੍ਰਭਾਵ ਨਹੀਂ ਹੁੰਦਾ, ਸਿਰਫ ਇੱਕ ਪ੍ਰਭਾਵ ਹੁੰਦਾ ਹੈ। ਗੀਤ ਇੱਕ ਸਹਿਜ ਸੁਭਾਵਿਕ ਪ੍ਰਗਟਾਅ ਦਾ ਮਹੱਤਵਪੂਰਨ ਤੱਤ ਹੈ।
ਇਸ ਤੋਂ ਬਾਅਦ ਹੈ ਭਾਵ ਤੇ ਭਾਵ ਏਕਤਾ। ਗੀਤ ਦੀ ਪ੍ਰੇਰਨਾ ਸਰੋਤ ਭਾਵ ਹੈ ਕਿ ਤਿੱਖੇ ਭਾਵ ਹੀ ਮਨੁੱਖ ਨੂੰ ਗੀਤ ਲਿਖਣ ਦੀ ਪ੍ਰੇਰਨਾ ਦਿੰਦੇ ਹਨ। ਵੀ ਜਿਹੜੇ ਗੀਤ ਲਿਖਣ ਦਾ ਪ੍ਰੇਰਨਾ ਹੁੰਦੀ ਹੈ ਉਹ ਕਿੱਥੋਂ ਉਹਦੀ ਰੁਚੀ ਬਣਦੀ ਹੈ, ਉਹ ਕਿਹਦੀ ਪ੍ਰੇਰਨਾ ਸਦਕਾ ਉਹਦੇ ਵਿੱਚ ਕਿਸ ਗੱਲ ਤੋਂ ਉਹ ਗੀਤ, ਕਿਸ ਕਾਰਨ, ਕੀ ਹੁਨਰ, ਕੀ ਉਹਦੇ ਪਿੱਛੇ ਕਾਰਨ ਸੀ ਜਿਹੜਾ ਉਹ ਗੀਤ ਲਿਖਦਾ, ਤਾਂ ਮਨੁੱਖ ਨੂੰ ਗੀਤ ਲਿਖਣ ਦੀ ਪ੍ਰੇਰਨਾ ਦਿੰਦੇ ਹਨ। ਮਨੁੱਖ ਆਪਣੇ ਭਾਵਾਂ ਨੂੰ ਗੀਤਾਂ ਵਿੱਚ ਹੀ ਬਿਆਨ ਕਰਦਾ ਹੈ। ਵੀ ਉਹ ਜੇ ਸਮਾਜ ਦੇ ਵਿੱਚ ਹੁਣ ਕੋਈ ਬੇਇਨਸਾਫੀ ਦੇਖ ਰਿਹਾ ਤਾਂ ਉਹਨੂੰ ਜੇ ਉਜਾਗਰ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੀ ਗੱਲ ਸਮਾਜ ਦੇ ਵਿੱਚ ਰੱਖਣਾ ਚਾਹੁੰਦਾ ਤਾਂ ਇੱਕ ਉਹ ਕਵਿਤਾ ਗੀਤ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਪੇਸ਼ ਕਰਦਾ ਹੈ। ਪਰ ਗੀਤ ਵਿੱਚ ਭਾਵ ਦੀ ਏਕਤਾ ਦਾ ਹੋਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਵੀ ਗੀਤ ਦੇ ਵਿੱਚ ਭਾਵ 'ਚ ਕੀ ਹੋਵੇ, ਏਕਤਾ, ਵੀ ਜਿਹੜੀ ਭਾਵ ਦੀ ਏਕਤਾ ਹੋਣੀ ਚਾਹੀਦੀ ਹੈ, ਉਹ ਗੱਲ ਸਹੀ ਸਟੀਕ ਹੋਣੀ ਚਾਹੀਦੀ ਹੈ, ਜਿਹਨੂੰ ਸੁਣ ਕੇ ਸਮਾਜ ਦੇ ਵਿੱਚ ਲੋਕ ਉਹਦੇ ਪੱਖ 'ਚ ਹੋਣ, ਤਾਂ ਏਕਤਾ ਦਾ ਹੋਣਾ ਬਹੁਤ ਜ਼ਰੂਰੀ ਮੰਨਿਆ ਗਿਆ ਹੈ। ਭਾਸ਼ਾ ਅਤੇ ਵਿਸ਼ਾ। ਭਾਸ਼ਾ ਅਤੇ ਵਿਸ਼ਾ, ਇਹ ਗੀਤ ਦੀ ਭਾਸ਼ਾ ਸਰਲ ਅਤੇ ਸਾਦੀ ਹੋਣੀ ਚਾਹੀਦੀ ਹੈ। ਹੁਣ ਆਪਾਂ ਦੇਖਦੇ ਹੋ ਗੀਤ ਹੈ, ਗੀਤਕਾਰ ਇਹ ਆਪਣਾ ਕੋਸ਼ਿਸ਼ ਕਰਦਾ ਹੈ ਕਿ ਜਿਹੜੀ ਭਾਸ਼ਾ ਉਹ ਸਰਲ ਹੋਵੇ ਅਤੇ ਸਾਦੀ ਹੋਵੇ, ਜਿਹਦੇ ਨਾਲ ਕਿ ਉਹ ਸਰੋਤਿਆਂ ਦੇ ਸਾਹਮਣੇ ਰੱਖ ਸਕੇ ਅਤੇ ਉਹਨਾਂ ਨੂੰ ਉਹਦੀ ਉਹ ਗੱਲ ਹੈ ਉਹ ਸਮਝ ਆ ਸਕੇ। ਜਦੋਂ ਉਹਦੀ ਭਾਸ਼ਾ ਸਰਲ ਨਹੀਂ ਹੋਊਗੀ, ਸਾਦੀ ਨਹੀਂ ਹੋਊਗੀ, ਤਾਂ ਹਰ ਇੱਕ ਸਰੋਤੇ ਨੂੰ ਸਮਝ ਨਹੀਂ ਆਉਣੀ। ਤਾਂ ਉਹ ਸਾਰਿਆਂ ਸਰੋਤਿਆਂ ਦਾ ਧਿਆਨ ਰੱਖਦਾ ਹੋਇਆ ਇਸ ਗੀਤ ਦੀ ਸਿਰਜਣਾ ਕਰਦਾ ਹੈ ਕਿ ਇੱਕ ਆਮ ਮਨੁੱਖ ਨੂੰ, ਜੋ ਕਿ ਇੱਕ ਆਮ ਮਨੁੱਖ ਦੇ ਮਨ ਨੂੰ ਹਿਲਾਉਣਾ ਦੇ ਸਕੇ। ਹੁਣ ਦੇਖੋ, ਹਰ ਇੱਕ ਦੀ ਸਧਾਰਨ ਗੱਲ ਹੋਊਗੀ ਤਾਂ ਹਰ ਇੱਕ ਦੀ ਗੱਲ ਉਹ ਸਮਝ ਆਊਗੀ। ਜੇ ਉਹ ਗੁੰਝਲਦਾਰ ਗੱਲਾਂ ਕਰੂਗਾ ਤਾਂ ਹਰ ਇੱਕ ਦੀ ਸਮਝ ਨਹੀਂ ਆਉਣਾ। ਤਾਂ ਉਹਦਾ ਜਿਹੜਾ ਮਕਸਦ ਹੈ, ਉਹ ਜਿਹੜਾ ਮਕਸਦ ਤਾਂ ਹੀ ਸਿੱਧ ਹੋ ਸਕਦਾ ਹੈ ਵੀ ਜੇ ਉਹ ਲੋਕਾਂ ਦੇ ਮਨਾਂ ਤੱਕ ਆਪਣੀ ਗੱਲ ਪਹੁੰਚਾ ਸਕਦਾ ਹੈ, ਆਪਣੇ ਛਾਪ ਬਣਾ ਸਕਦਾ ਹੈ ਮਨਾਂ ਤੱਕ, ਤਾਂ ਉਹਦਾ ਵਿਸ਼ਾ ਸਰਲ ਹੋਣਾ ਚਾਹੀਦਾ ਹੈ। ਗੀਤ ਦਾ ਵਿਸ਼ਾ ਕੋਈ ਵੀ ਹੋ ਸਕਦਾ ਹੈ, ਜਿਸ ਚੀਜ਼ ਨਾਲ ਕਵੀ ਦੇ ਮਨ 'ਚ ਉਤੇਜਨਾ ਪਈ ਹੋਵੇ। ਹੁਣ ਦੇਖੋ, ਇਹ ਕੋਈ ਜ਼ਰੂਰੀ ਨਹੀਂ ਵੀ ਹੁਣ ਆਪਾਂ ਦੇਖਦੇ ਹਾਂ ਵੀ ਗੀਤ ਹਰ ਇੱਕ ਕਿਸੇ ਵੀ ਵਿਸ਼ੇ 'ਤੇ ਬਣਾਇਆ ਜਾ ਸਕਦਾ, ਜਿਸ ਤੋਂ ਉਹਨੇ ਉਤੇਜਨਾ, ਜਿਸ ਤੋਂ ਪ੍ਰਭਾਵਿਤ ਹੋਇਆ ਹੋਵੇ, ਜਿਸ ਤੋਂ ਉਸਨੂੰ ਉਹਦੀ ਸੋਚ ਵਿਚਾਰ 'ਤੇ ਇਹ ਡਿਪੈਂਡ ਕਰਦਾ ਕਿ ਉਹ ਕਿਸ ਵਿਸ਼ੇ 'ਤੇ ਗੀਤ ਲਿਖ ਰਿਹਾ ਹੈ। ਉਹ ਉਸੇ ਵਿਸ਼ੇ ਨੂੰ ਚੁਣਦਾ ਹੈ ਜਿਸ ਤੋਂ ਉਹਦੇ ਵਿੱਚ ਉਤੇਜਨਾ ਪੈਦਾ ਹੁੰਦੀ ਹੈ, ਜਿਸ ਤੋਂ ਪ੍ਰਭਾਵਿਤ ਹੁੰਦਾ ਹੈ, ਜਿਸ ਨੂੰ ਮਹਿਸੂਸ ਕਰਦਾ ਹੈ ਵੀ ਇਹ ਆਪਾਂ ਨੂੰ ਵਿਸ਼ਾ ਲਿਖਣਾ ਚਾਹੀਦਾ ਹੈ। ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਗੀਤ ਕਵਿਤਾ ਦਾ ਅਜਿਹਾ ਰੂਪ ਹੈ ਜਿਸ ਨੂੰ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਆਪਣੀ ਵੱਖਰੀ ਹੋਂਦ ਸਥਾਪਿਤ ਕੀਤੀ ਹੋਈ ਹੈ। ਵੀ ਜਿਹੜਾ ਗੀਤ ਹੈ ਇਹ ਅੱਜ ਨਹੀਂ, ਇਹ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ। ਅਤੇ ਇਹਦੀ ਜਿਹੜੀ ਹੋਂਦ ਹੈ, ਇਹਦਾ ਜਿਹੜਾ ਰੂਪ ਹੈ, ਇਹਦੀ ਜਿਹੜੀ ਲੋਕਾਂ ਦੇ ਪ੍ਰਤੀ ਲਗਨ ਹੈ, ਮਾਣ ਸਤਿਕਾਰ ਹੈ, ਉਹ ਇੱਕ ਇਹਦਾ ਸਥਾਨ ਸਾਰੇ ਸਾਹਿਤ ਰੂਪਾਂ ਨਾਲੋਂ ਇੱਕ ਇਹਦਾ ਅੱਡ ਹੀ ਹੈ। ਅਤੇ ਉਹ ਅੱਜ ਤੱਕ ਆਪਣੀ ਵੱਖਰੀ ਭਾਵ ਅੱਡ ਹੋਂਦ, ਭਾਵ ਆਪਣੀ ਮਾਨ ਮਰਿਆਦਾ, ਆਪਣਾ ਇੱਕ ਅਸਤਿਤਵ ਬਣਾ ਕੇ ਇਹਨੇ ਸਥਾਪਿਤ ਕਰ ਰੱਖਿਆ ਹੈ। ਇਹ ਸੀ ਆਪਣਾ ਜਿਹੜਾ ਗੀਤ ਸਾਹਿਤ ਦਾ ਦੂਜਾ ਬਿੰਦੂ, ਗੀਤ, ਜੋ ਕਿ ਮੈਂ ਉਮੀਦ ਕਰਦਾ ਕਿ ਤੁਸੀਂ ਧਿਆਨ ਨਾਲ ਸੁਣਿਆ ਹੋਊਗਾ। ਅਤੇ ਇਸ ਨੂੰ ਹੁਣ ਸੁਣ ਕੇ ਤੁਸੀਂ ਵਧੀਆ ਨੋਟਸ ਬਣਾਉਣੇ ਹਨ। ਨੋਟਸ ਬਣਾ ਕੇ ਇਹਨੂੰ ਆਪਾਂ ਤਿਆਰ ਕਰਨਾ ਹੈ। ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਿਆ ਕਰੋ ਅਤੇ ਕਮੈਂਟ ਕਰਿਆ ਕਰੋ, ਅਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲ ਸਕਣ। ਅਤੇ ਮੇਰੀ ਕੋਸ਼ਿਸ਼ ਇਹ ਰਹੂਗੀ ਕਿ ਆਪਣੀ ਸਾਰੀ ਬੁੱਕ ਹੀ ਜਿਹੜੀ YouTube 'ਤੇ ਮੈਂ ਅਪਲੋਡ ਕਰ ਦਿਆਂ, ਤਾਂ ਜੋ ਤੁਹਾਨੂੰ ਯਾਦ ਕਰਨਾ, ਪੜ੍ਹਨਾ, ਲਿਖਣਾ ਸੌਖਾ ਹੋ ਜੇ। ਧੰਨਵਾਦ।